ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਿਧਾਂਤਾਂ ਨੂੰ ਸਮਝਣ ਦੇ ਲਈ ਭਾਈ ਗੁਰਦਾਸ ਜੀ ਦੀਆਂ ਲਿਖੀਆਂ ਹੋਈਆਂ 40 ਵਾਰਾਂ ਬਹੁਤ ਹੀ ਜ਼ਿਆਦਾ ਸਾਰਥਕ ਹੁੰਦੀਆਂ, ਕਿਉਂਕਿ ਇਹਨਾਂ ਦੀਆਂ ਲਿਖੀਆਂ ਹੋਈਆਂ ਵਾਰਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੇ ਲਈ ਇੱਕ ਕੁੰਜੀ ਦਾ ਦਰਜਾ ਦਿੱਤਾ। ਸਿੱਖ ਸਿਧਾਂਤਾਂ ਦੀ ਪੂਰੀ ਵਿਆਖਿਆ, ਕਿਉਂਕਿ ਭਾਈ ਗੁਰਦਾਸ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਕਿ ਉਹ 4 ਗੁਰੂ ਸਾਹਿਬਾਨ ਦੇ ਸਮੇਂ ਉਹਨਾਂ ਦੇ ਨਾਲ ਵਿਚਰਦੇ ਰਹੇ ਆ। ਉਹਨਾਂ ਦੇ ਹਰ ਜੋ ਸਿੱਖੀ ਸਿਧਾਂਤ ਆ, ਇਹਨਾਂ ਨੂੰ ਅਡੋਲ ਰਹਿ ਕੇ ਪਰਪੱਕਤਾ ਨਾਲ ਨਿਭਾਇਆ, ਔਰ ਕਦੇ ਵੀ ਇਹਨਾਂ ਸਿਧਾਂਤਾਂ ਤੋਂ ਉਹ ਡੋਲੇ ਨਹੀਂ। ਉਹਨਾਂ ਦਾ ਸ਼ਖਸੀ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਕਿੰਨੇ ਪਰਪੱਕ ਰਹੇ ਆ। ਔਰ ਰਿਸ਼ਤੇ ਵਿੱਚ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸੀ। ਇਹਨਾਂ ਦੇ ਪਿਤਾ ਜੀ ਦਾ ਨਾਮ ਈਸ਼ਰਦਾਸ ਭੱਲਾ ਸੀ ਔਰ ਮਾਤਾ ਦਾ ਨਾਮ ਜੀਵਾਣੀ ਸੀ। ਕੁਝ ਇਤਿਹਾਸਕਾਰ ਲਿਖਦੇ ਆ ਕਿ ਇਹਨਾਂ ਦਾ ਜਨਮ ਪਿੰਡ ਬਾਸਰ ਕੇ ਗਿੱਲਾਂ ਹੋਇਆ, ਤਾਂ ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਗੋਂਦਵਾਲ ਸਾਹਿਬ ਦਾ ਲਿਖਦੇ ਆ। ਕੁਝ ਇਤਿਹਾਸਕਾਰ ਜਨਮ ਜਿਹੜਾ ਵਾ 1546 ਈਸਵੀ ਦਾ ਲਿਖਦੇ ਆ, ਕੁਝ 1559 ਈਸਵੀ ਦਾ ਲਿਖਦੇ ਆ। ਬਹਿਰਹਾਲ ਇਹ ਰਿਸ਼ਤੇ ਵਿੱਚ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸਨ ਔਰ ਬੀਬੀ ਭਾਨੀ ਜੀ ਦੇ ਭਰਾ ਲੱਗਦੇ ਸਨ। ਤੋ ਇਸੇ ਰਿਸ਼ਤੇ ਕਰਕੇ ਹੀ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਮਾਮਾ ਜੀ ਕਹਿ ਕੇ ਸੰਬੋਧਨ ਹੁੰਦੇ ਸਨ। ਗੁਰੂ ਰਾਮਦਾਸ ਜੀ ਜਦੋਂ ਅੰਮ੍ਰਿਤਸਰ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਕੀਤੀ ਆ, ਤਾਂ ਇਹ ਅੰਮ੍ਰਿਤਸਰ ਦੇ ਵਿੱਚ ਇਸ ਕੰਮ ਦੇ ਵਿੱਚ ਉਹਨਾਂ ਦੇ ਸਹਿਯੋਗੀ ਰਹੇ। ਬਹੁਤ ਦੂਰ ਦੂਰ ਤੋਂ ਘੁੰਮ ਫਿਰ ਕੇ ਜਿੰਨੇ ਕਾਰੀਗਰ ਸੀ ਉਹਨਾਂ ਨੂੰ ਇਕੱਤਰ ਕਰਨ ਲਈ ਇਹਨਾਂ ਨੇ ਬਹੁਤ ਯੋਗਦਾਨ ਪਾਇਆ, ਔਰ ਸਾਰੇ ਕਿੱਤਿਆਂ ਦੇ ਜਿਹੜੇ ਕਾਰੋਬਾਰੀ ਆ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਵਸਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਬੜੇ ਵਿਦਵਾਨ ਸੀ। ਇਹਨਾਂ ਦੀ ਐਜ ਪ੍ਰਚਾਰਕ ਗੁਰੂ ਸਾਹਿਬ ਨੇ ਡਿਊਟੀ ਆਗਰੇ ਦੇ ਵਿੱਚ ਲਗਾਈ। ਜਦੋਂ ਗੁਰੂ ਅਰਜਨ ਦੇਵ ਜੀ ਗੱਦੀ ਤੇ ਬੈਠੇ ਤਾਂ ਇਹਨਾਂ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਜੀ ਨੇ ਹਕੂਮਤ ਦੇ ਨਾਲ ਮਿਲ ਕੇ ਔਰ ਹੋਰ ਕਈ ਤਰੀਕਿਆਂ ਨਾਲ ਇਹਨਾਂ ਦੀ ਵਿਰੋਧਤਾ ਕੀਤੀ। ਇੱਥੋਂ ਤੱਕ ਕਿ ਆਉਣ ਵਾਲੀ ਸੰਗਤ ਨੂੰ ਗੁੰਮਰਾਹ ਕਰਕੇ ਗੁਰੂ ਘਰ ਲਈ ਆਈਆਂ ਹੋਈਆਂ ਭਟਾਵਾਂ ਜਿਹੜੀਆਂ ਉਹ ਵੀ ਆਪਣੇ ਘਰ ਨੂੰ ਲੈ ਜਾਂਦੇ ਰਹੇ। ਔਰ ਇਸ ਤਰ੍ਹਾਂ ਕਈ ਵਾਰੀ ਗੁਰੂ ਘਰ ਦੇ ਗੁਰੂ ਦੇ ਲੰਗਰਾਂ ਦੇ ਵਿੱਚ ਵੀ ਮੁਸ਼ਕਲਾਂ ਪੇਸ਼ ਆਉਣ ਲੱਗੀਆਂ। ਤਾਂ ਭਾਈ ਗੁਰਦਾਸ ਜੀ ਨੇ ਆਗਰੇ ਤੋਂ ਆ ਕੇ ਪਹਿਲਾਂ ਬਾਬਾ ਪਿਰਥੀ ਚੰਦ ਜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਨਹੀਂ ਮੰਨੇ ਤਾਂ ਉਹਨਾਂ ਨੂੰ ਬੜੇ ਸਖਤ ਸ਼ਬਦਾਂ ਦੇ ਨਾਲ ਸੰਬੋਧਨ ਹੋਏ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਮੀਣੇ ਸ਼ਬਦ ਦਾ ਵੀ ਪ੍ਰਯੋਗ ਉਹਨਾਂ ਲਈ ਕੀਤਾ। ਬਾਅਦ ਵਿੱਚ ਉਹਨਾਂ ਨੇ ਸੰਗਤ ਨੂੰ ਪ੍ਰੇਰਨਾ ਸ਼ੁਰੂ ਕੀਤਾ ਔਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਉਹਨਾਂ ਦਾ ਜੋੜਨਾ ਕਰਕੇ ਔਰ ਗੁਰੂ ਘਰ ਦੀ ਜਿਹੜੀ ਸਹੀ ਪਰੰਪਰਾ ਸੀਗੀ ਉਹਨੂੰ ਸਰਜੀਤ ਰੱਖਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਔਰ ਲੰਗਰ ਦੀ ਪ੍ਰਥਾ ਨੂੰ ਚਾਲੂ ਰੱਖਣ ਦੇ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹੀ ਹੈ। ਉਸ ਤੋਂ ਬਾਅਦ 1606 ਈਸਵੀ ਦੇ ਵਿੱਚ ਜਦੋਂ ਜਹਾਂਗੀਰ ਦੇ ਹੁਕਮ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਜਾਂਦੀ ਆ, ਤਾਂ ਇਹਨਾਂ ਨੂੰ 31 ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ। ਇਹਨਾਂ ਨੂੰ ਬਹੁਤ ਦੂਰ ਦੂਰ ਜਗ੍ਹਾ ਤੱਕ ਪ੍ਰਚਾਰ ਦੇ ਤੌਰ ਤੇ ਭੇਜਿਆ, ਇੱਥੋਂ ਤੱਕ ਕਿ ਕਾਬਲ ਵੀ ਗਏ ਆ ਔਰ ਬਨਾਰਸ ਦੇ ਵਿੱਚ, ਆਗਰੇ ਦੇ ਵਿੱਚ
ਗਵਾਲੀਅਰ ਦੇ ਵਿੱਚ, ਸ੍ਰੀਲੰਕਾ ਦੇ ਵਿੱਚ ਪ੍ਰਚਾਰ ਦੌਰਿਆਂ ਦੇ ਉੱਤੇ ਭਾਈ ਗੁਰਦਾਸ ਜੀ ਜਾਂਦੇ ਰਹੇ ਔਰ ਇੰਨਾ ਮਾਣ ਸਨਮਾਨ ਦਿੱਤਾ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਰਾਜ ਮਿਸਤਰੀ ਨੂੰ ਇਹ ਕੰਮ ਨਹੀਂ ਸੌਂਪਿਆ, ਸਗੋਂ ਕਿ ਇਹ ਦੋ ਮਹਾਨ ਸਿੱਖਾਂ ਭਾਈ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਔਰ ਆਪ ਨਾਲ ਲੱਗ ਕੇ ਜਦੋਂ 12 ਫੁੱਟ ਉੱਚੇ ਥੜੇ ਦੀ ਸਥਾਪਨਾ ਕੀਤੀ ਹੈ, ਜਿਸ ਤੇ ਬੈਠ ਕੇ ਇਹ ਦੀਨ ਦੁਨੀਆ ਦੇ ਪਾਤਸ਼ਾਹ ਦਾ ਤਖਤ ਕਾਇਮ ਕੀਤਾ, ਜਿਹਨੂੰ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ, ਤਾਂ ਉਸ ਸਮੇਂ ਦੇ ਦ੍ਰਿਸ਼ ਨੂੰ ਲਿਖਦੇ ਆ ਕਿ ਕਿਸੇ ਰਾਜ ਨਾ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਉਸ ਥੜੇ ਦੀ ਅਕਾਲ ਤਖਤ ਦੀ ਸਿਰਜਣਾ ਦੇ ਵਿੱਚ ਇੱਟਾਂ ਫੜਾਈਆਂ, ਭਾਈ ਗੁਰਦਾਸ ਜੀ ਨੇ ਗਾਰਾ ਬਣਾਇਆ ਔਰ ਭਾਈ ਬੁੱਢਾ ਜੀ ਨੇ, ਬਾਬਾ ਬੁੱਢਾ ਜੀ ਨੇ ਉੱਥੇ ਚੜਾਈ ਦਾ ਕੰਮ ਕੀਤਾ। ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਅਖੀਰ ਅਗਸਤ 1637 ਵਿੱਚ ਇਹ ਆਪਣਾ ਸਰੀਰਕ ਚੋਲਾ ਜਿਹੜਾ ਵਾ ਉਹ ਛੱਡ ਗਏ। ਇਤਿਹਾਸਕਾਰ ਲਿਖਦੇ ਆ ਕਿ ਇਹਨਾਂ ਦਾ ਜਿਹੜਾ ਅੰਤਮ ਰਸਮਾਂ ਵਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨਿਭਾਈਆਂ। ਕੁਛ ਇਤਿਹਾਸਕਾਰ ਇਹਨਾਂ ਦਾ ਜੋ ਸੰਸਾਰ ਤੋਂ ਰੁਖਸਤੀ ਦਾ ਸਥਾਨ ਆ ਉਹ ਗੋਇੰਦਵਾਲ ਸਾਹਿਬ ਲਿਖਦੇ ਆ ਤੇ ਕੁਛ ਇਹਨਾਂ ਦਾ ਅੰਮ੍ਰਿਤਸਰ ਲਿਖਦੇ ਆ। ਪਰ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਦੀ ਜੋਤੀ ਜੋਤ ਸਮਾਉਣ ਦਾ ਜੋ ਸਮਾਂ ਵਾ ਉਹਦੇ ਲਈ ਇੱਕ ਗੁਰਦੁਆਰਾ ਸਾਹਿਬ ਵੀ ਤਮੀਰ ਹੋਇਆ ਵਾ। ਤਾਂ ਇਹ ਆਪਣਾ ਸਰੀਰਕ ਚੋਲਾ ਜਿਹੜਾ ਵਾ ਉਹ 1637 ਵਿੱਚ ਛੱਡ ਕੇ ਇਸ ਫਾਨੀ ਸੰਸਾਰ ਤੋਂ ਆਪਣੀਆਂ ਵਿਦਵਤਾ ਤੇ ਆਪਣੇ ਸਿੱਖ ਸਿਧਾਂਤਾਂ ਦੀਆਂ ਪੈੜਾਂ ਨੂੰ ਪਰਪੱਕਤਾ ਨਾਲ ਨਿਭਾਉਣ ਦੀਆਂ ਜੋ ਮੁਲਾਂਕਣ ਕਰਦੇ ਹੋਏ ਇਸ ਸੰਸਾਰ ਤੋਂ ਰੁਖਸਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ